ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਧੰਨ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਤੱਕ ਗੁਰਦੇਵ ਮਹਾਰਾਜ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਜਦੋਂ ਸਿੱਧਾਂ ਨੇ ਇਹ ਸਵਾਲ ਕੀਤਾ ਕਿ ਬਾਬਾ ਨਾਨਕ ਤੁਹਾਡਾ ਗੁਰੂ ਕੌਣ ਹੈ, ਆਖਣ ਕਿ ਜਿਤਨੇ ਵੀ ਸੰਸਾਰ ਦੇ ਵਿੱਚ ਗੁਰੂ ਪੀਰ ਮੁਰਸ਼ਦ ਆਏ ਨੇ ਉਹਨਾਂ ਦੇ ਗੁਰੂ ਹੋਏ ਨੇ, ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦਾ ਗੁਰੂ ਕੌਣ ਹੈ। ਤੇ ਗੁਰਦੇਵ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਧ ਬਾਣੀ ਦੇ ਵਿੱਚ ਇਹ ਬਚਨ ਕੀਤੇ। ਮਹਾਰਾਜ ਆਖਣ ਲੱਗੇ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਸ਼ਬਦ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ ਦੋ ਗੱਲਾਂ ਦਾ ਜ਼ਿਕਰ ਕੀਤਾ ਹੈ। ਮਹਾਰਾਜ ਕਹਿਣ ਲੱਗੇ, ਸ੍ਰਿਸ਼ਟੀ ਦੀ ਆਰੰਭਤਾ ਜਿਹੜੀ ਹੈ ਨਾ ਉਹ ਪਵਨ ਤੋਂ ਹੋਈ ਹੈ। ਅੱਜ ਕਈ ਵਾਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਸ੍ਰਿਸ਼ਟੀ ਹੋਂਦ ਕਦੋਂ ਹੋਈ, ਸ੍ਰਿਸ਼ਟੀ ਦੀ ਆਰੰਭਤਾ ਕਦੋਂ ਹੋਈ। ਅਸੀਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਇਹ ਪੜ੍ਹਦੇ ਹਾਂ। ਮਹਾਰਾਜ ਆਖਦੇ ਨੇ ਕਿ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ। ਜਦੋਂ ਇਹ ਸ੍ਰਿਸ਼ਟੀ ਦੀ ਉਤਪਤੀ ਹੋਈ, ਸ੍ਰਿਸ਼ਟੀ ਹੋਂਦ ਦੇ ਵਿੱਚ ਹੋਈ, ਤੇ ਮਹਾਰਾਜ ਆਖਦੇ ਨੇ ਕਿ ਕਿਹੜੀ ਥਿਤ ਸੀ, ਕਿਹੜਾ ਵਾਰ ਸੀ, ਕਿਹੜਾ ਮਹੀਨਾ ਸੀ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ। ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ, ਉਹ ਆਪੇ ਜਾਣਦਾ ਹੈ। ਪਰ ਮਹਾਰਾਜ ਨੇ ਆਖਿਆ ਕਿ ਸ੍ਰਿਸ਼ਟੀ ਦੀ ਆਰੰਭਤਾ ਜਿਹੜੀ ਹੈ ਉਹ ਪਵਨ ਤੋਂ ਹੋਈ। ਮਹਾਰਾਜ ਆਖਦੇ ਨੇ ਕਿ ਪਾਵਨ ਬਾਣੀ ਦੇ ਬਚਨ ਨੇ ਕਿ ਸਾਚੇ ਤੇ ਪਵਨਾ ਪਿਆ। ਸੱਚੇ ਮਾਲਕ ਤੋਂ ਪਵਨ ਆਈ, ਆਕਸੀਜਨ ਆਈ, ਪਵਨੇ ਤੇ ਜਲ ਹੋਏ, ਤੇ ਪਵਨ ਤੋਂ ਫਿਰ ਜਲ ਆਇਆ ਲਿਕਵਿਡ ਰੂਪ ਦੇ ਵਿੱਚ। ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ, ਤੇ ਘਟ ਘਟ ਦੇ ਵਿੱਚ ਉਸ ਮਾਲਕ ਦੀ ਜੋਤ ਹੈ। ਕਿਉਂਕਿ ਇੱਕ ਨੇ ਆਖਿਆ ਕਿ ਪਰਮਾਤਮਾ ਜਿਹੜਾ ਹੈ ਉਹ ਨਿਰਗੁਣ ਰੂਪ ਹੈ, ਇੱਕ ਆਖਦਾ ਹੈ ਕਿ ਸਰਗੁਣ ਸਰੂਪ ਹੈ। ਸਨਾਤਨ ਧਰਮ ਇਹ ਆਖਦਾ ਹੈ ਕਿ ਪਰਮਾਤਮਾ ਸਰਗੁਣ ਹੈ। ਉਹ ਮੂਰਤ ਦੇ ਵਿੱਚ ਦੇਖ ਕੇ ਆਪਣੇ ਰੱਬ ਦੀ, ਆਪਣੇ ਇਸ਼ਟ ਦੀ ਉਪਾਸਨਾ ਕਰਦੇ ਨੇ, ਉਹਨੂੰ ਯਾਦ ਕਰਦੇ ਨੇ, ਉਹਦੀ ਮੂਰਤ ਦੇ ਅੱਗੇ ਖੜੇ ਹੋ ਕੇ ਉਹਨੂੰ ਸਰਗੁਣ ਮੰਨਦੇ ਨੇ। ਤੇ ਇਸਲਾਮ ਧਰਮ ਨਿਰਗੁਣ ਨੂੰ ਪੂਜਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਪਰਮਾਤਮਾ ਸੱਤਵੇਂ ਆਕਾਸ਼ ਦੇ ਵਿੱਚ ਹੈ। ਪਰ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਨਿਰਗੁਣ ਆਪ, ਸਰਗੁਣ ਵੀ ਉਹੀ। ਉਹ ਮਾਲਕ ਨਿਰਗੁਣ ਰੂਪ ਦੇ ਵਿੱਚ ਵੀ ਹੈ ਤੇ ਸਰਗੁਣ ਰੂਪ ਦੇ ਵਿੱਚ ਵੀ ਹੈ। ਸੋ ਇੱਥੇ ਗੁਰਦੇਵ ਪਾਤਸ਼ਾਹ ਨੇ ਰਹਿਮਤ ਕੀਤੀ ਕਿ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਘਟ ਘਟ ਦੇ ਵਿੱਚ ਉਹ ਮਾਲਕ ਮੌਜੂਦ ਹੈ। ਤੇ ਸਿੱਧਾਂ ਦੇ ਨਾਲ ਗੱਲ ਕਰਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ, ਮਹਾਰਾਜ ਆਖਦੇ ਨੇ ਕਿ ਪਵਨ ਆਰੰਭ ਸਤਿਗੁਰ ਮਤ ਵੇਲਾ, ਪਵਨ ਤੋਂ ਆਰੰਭਤਾ ਹੋਈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਜਿਹੜਾ ਹੈ ਉਹ ਸ਼ਬਦ ਹੈ। ਹੁਣ ਸਿੱਖ ਜਿਹੜਾ ਹੈ ਉਹ ਸੁਰਤ ਕਰਕੇ ਜਦੋਂ ਮਾਲਕ ਦੇ ਚਰਨਾਂ ਦੇ ਨਾਲ ਜੁੜਦਾ ਹੈ ਤੇ ਸੁਰਤ ਚੇਲਾ ਹੋ ਗਈ, ਸ਼ਬਦ ਜਿਹੜਾ ਹੈ ਉਹ ਗੁਰੂ ਹੋ ਗਏ ਆ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਰਹਿਮਤ ਕੀਤੀ। ਸਾਧ ਸੰਗਤ, ਅਸੀਂ ਜਦੋਂ ਵੀ ਕੋਈ ਗੁਰਪੁਰਬ ਮਨਾਉਂਦੇ ਹਾਂ ਨਾ, ਤੇ ਗੁਰੂਆਂ ਦਾ ਪ੍ਰਕਾਸ਼ ਗੁਰਪੁਰਬ ਮਨਾਉਂਦੇ ਹਾਂ, ਗੁਰਤਾ ਗੱਦੀ ਗੁਰਪੁਰਬ ਮਨਾਉਂਦੇ ਹਾਂ, ਗੁਰੂਆਂ ਦਾ ਜੋਤੀ ਜੋਤ ਦਿਹਾੜਾ ਵੀ ਮਨਾਉਂਦੇ ਹਾਂ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਐਸੇ ਗੁਰੂ ਨੇ ਜਿਨ੍ਹਾਂ ਦਾ ਗੁਰਤਾ ਗੱਦੀ ਗੁਰਪੁਰਬ ਨਹੀਂ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਵੀ ਹੈ, ਗੁਰਦੇਵ ਮਹਾਰਾਜ ਦਾ ਜੋਤੀ ਜੋਤ ਦਿਵਸ ਵੀ ਹੈ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਗੁਰਤਾ ਗੱਦੀ ਗੁਰਪੁਰਬ ਨਹੀਂ ਹੈ। ਕਿਉਂਕਿ ਧੁਰ ਦਰਗਾਹ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ ਹੋ, ਆਪ ਪਰਮੇਸ਼ਰ ਦਾ ਰੂਪ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ। ਗੁਰ ਅੰਗਦ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਪਰ ਉਹਨਾਂ ਨੇ ਬਿਰਾਜਮਾਨ ਕੀਤਾ, ਔਰ ਇਹ ਪਹਿਲੀ ਵਾਰ ਹੋਇਆ। ਸੰਸਾਰ ਦੇ ਵਿੱਚੋਂ ਜਿਤਨੇ ਵੀ ਗੁਰੂ ਜਾਂਦੇ ਸਨ, ਉਹਨਾਂ ਦੇ ਚੇਲੇ ਉਹਨਾਂ ਦੇ ਜਾਣ ਤੋਂ ਬਾਅਦ ਗੁਰਤਾ ਗੱਦੀ ਪਰ ਬਿਰਾਜਮਾਨ ਹੁੰਦੇ ਸਨ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਪਹਿਲੀ ਵਾਰ ਮਰਿਆਦਾ ਕਾਇਮ ਕੀਤੀ ਕਿ ਥਾਪਿਆ ਲਹਿਣਾ ਜੀਵਨ ਦੇ,
ਗੁਰ ਆਈ ਸਿਰ ਛਤਰ ਫਿਰਾਇਆ, ਕਿ ਆਪਣੀ ਹਯਾਤੀ ਦੇ ਅੰਦਰ ਆਪਣੇ ਹੁੰਦਿਆਂ ਹੋਇਆਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਪਰ ਬਿਰਾਜਮਾਨ ਕਰ ਦਿੱਤਾ। ਨਹੀਂ ਤੇ ਗੁਰੂਆਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਗੱਦੀ ਦੇ ਉੱਪਰ ਲੜਾਈਆਂ ਹੁੰਦੀਆਂ ਸਨ, ਉਹਨਾਂ ਦੀ ਗੱਦੀ ਦੇ ਵਾਰਿਸ ਨੂੰ ਚੁਣਿਆ ਜਾਂਦਾ ਸੀ, ਪਰ ਬਾਬੇ ਨਾਨਕ ਨੇ ਆਪ ਚੁਣਿਆ। ਔਰ ਤੁਸੀਂ ਹੈਰਾਨ ਹੋਗੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਪਰ ਬਿਰਾਜਮਾਨ ਕਰਕੇ ਆਪ ਭੂਏ ਬੈਠ ਕੇ ਉਪਦੇਸ਼ ਸੁਣਿਆ ਕਰਦੇ ਸਨ, ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਤਖਤ ਪਰ ਬੈਠ ਕੇ ਉਪਦੇਸ਼ ਕਰਿਆ ਕਰਦੇ ਸਨ। 7 ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਸੰਗਤ ਕੀਤੀ, ਔਰ 7 ਦਿਨ ਸੰਗਤ ਦੇ ਵਿੱਚ ਬੈਠ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਬਚਨਾਂ ਨੂੰ ਸਰਵਣ ਕੀਤਾ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਨ ਲੱਗੇ ਨਾ, ਸਿੱਖਾਂ ਨੇ ਸਵਾਲ ਕੀਤਾ, ਗੁਰਦੇਵ ਪਾਤਸ਼ਾਹ ਹੁਣ ਤੁਹਾਡੇ ਦਰਸ਼ਨ ਕਿੱਥੋਂ ਹੋਣਗੇ? ਤੇ ਪੁਰਾਤਨ ਜਨਮ ਸਾਖੀ ਦੇ ਵਿੱਚ ਇਹ ਬਚਨ ਨੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤੇ ਸਨ ਕਿ ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਮਾਹੇ। ਕਹਿੰਦੇ ਕਿ ਜੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਹਿਰਦੇ ਵਿੱਚੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਲੱਭਣਾ, ਉਹ ਕਿਧਰੇ ਹੋ ਗੜੀ ਮੜੀਆਂ ਗੋਰਾਂ ਦੇ ਵਿੱਚੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨਹੀਂ ਮਿਲਣਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਇਤਿਹਾਸ ਪਿਛਲੇ ਦਿਨੀ ਵਿਚਾਰਿਆ ਹੈ। ਮਹਾਰਾਜ ਨੇ ਉਸ ਸਮੇਂ ਦੇ ਕਹਿ ਲਵਾਂ ਕਿ ਧਰਮ ਦੇ ਆਗੂ, ਭਾਵੇਂ ਉਹ ਸਨਾਤਨ ਧਰਮ ਹੈ, ਭਾਵੇਂ ਉਹ ਇਸਲਾਮ ਧਰਮ ਹੈ, ਤੇ ਭਾਵੇਂ ਜੋਗੀ ਨੇ, ਇਹਨਾਂ ਦੇ ਥਾਵਾਂ ਦੇ ਉੱਪਰ ਜਾ ਕੇ ਇਹਨਾਂ ਨੂੰ ਸੱਚ ਦਾ ਹੋਕਾ ਦਿੱਤਾ। ਤੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਭ ਤੋਂ ਲੰਬੀਆਂ ਜਿਹੜੀਆਂ ਵਿਚਾਰਾਂ ਹੋਈਆਂ ਉਹ ਜੋਗੀਆਂ ਦੇ ਨਾਲ ਹੋਈਆਂ ਨੇ। ਗੁਰਦੇਵ ਪਾਤਸ਼ਾਹ ਮਹਾਰਾਜ ਜਦੋਂ ਜੋਗੀਆਂ ਦੇ ਨਾਲ ਜਾ ਕੇ ਮਿਲਦੇ ਨੇ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸੁਮੇਰ ਪਰਬਤ ਪਰ ਜਾਂਦੇ ਨੇ। ਸੁਮੇਰ ਪਰਬਤ ਵਿੱਚ ਜੋਗੀਆਂ ਦੇ ਨਾਲ ਵਿਚਾਰ ਹੁੰਦੀ ਹੈ, ਸਿੱਧਾਂ ਦੇ ਨਾਲ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਉਹ ਪ੍ਰਮਾਣ ਦਾ ਯਤਨ ਕਰਦੇ ਨੇ ਕਿ ਕਿਸੇ ਢੰਗ ਦੇ ਨਾਲ ਇਹ ਬਾਲਕ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਉਮਰ ਉਸ ਵੇਲੇ ਤਕਰੀਬਨ 35 ਸਾਲ ਦੀ ਹੈ, ਉਹਨਾਂ ਨੇ ਇਹ ਸਮਝਿਆ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਡੇ ਧਰਮ ਦੇ ਵਿੱਚ ਆ ਜਾਂਦੇ ਨੇ, ਸਾਡੇ ਧਰਮ ਦਾ ਬੜਾ ਇਹ ਵਿਸਥਾਰ ਕਰਨਗੇ, ਤੇ ਬੜੀਆਂ ਤਰ੍ਹਾਂ ਦੀਆਂ ਕਰਾਮਾਤਾਂ ਵੀ ਦਿਖਾਈਆਂ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨਾਂ ਦੀਆਂ ਕਰਾਮਾਤਾਂ ਤੋਂ ਪ੍ਰਭਾਵਿਤ ਨਹੀਂ ਹੋਏ। ਮਹਾਰਾਜ ਤੇ ਆਪ ਬਾਣੀ ਦੇ ਕਹਿੰਦੇ ਨੇ ਕਿ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤ ਨਾ ਆਵੇ ਨਾ। ਆਪਣੇ ਆਪ ਨੂੰ ਗੁਪਤ ਕਰ ਲੈਣਾ, ਆਪਣੇ ਆਪ ਨੂੰ ਪ੍ਰਗਟ ਕਰ ਲੈਣਾ, ਇੱਕ ਸਿੱਧਾਂ ਨੇ, ਇੰਜ ਕਹਿ ਲਵਾਂ ਕਿ ਰਿੱਧੀਆਂ ਸਿੱਧੀਆਂ ਨੇ। ਪਰ ਮਹਾਰਾਜ ਆਖਦੇ ਨੇ ਕਿ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤ ਨਾ ਆਵੇ ਨਾ। ਮਾਲਕ ਤੇਰਾ ਮੈਨੂੰ ਨਾਮ ਨਾ ਵਿਸਰ ਜਾਏ। ਗੁਰਦੇਵ ਪਾਤਸ਼ਾਹ ਮਹਾਰਾਜ ਸੁਮੇਰ ਪਰਬਤ ਪਰ ਜੋਗੀਆਂ ਨੂੰ ਸਮਝਾਉਂਦੇ ਨੇ। ਫਿਰ ਗੁਰਦੇਵ ਪਾਤਸ਼ਾਹ ਮਹਾਰਾਜ ਗੋਰਖ ਮਤੇ, ਜਿਹਨੂੰ ਅੱਜ ਨਾਨਕ ਮਤਾ ਕਿਹਾ ਜਾਂਦਾ ਹੈ, ਮਹਾਰਾਜ ਉੱਥੇ ਜਾ ਕੇ ਭੰਗਰਨਾਥ ਜੋਗੀ ਦੇ ਨਾਲ, ਗੋਰਖਨਾਥ ਦੇ ਨਾਲ ਜਾ ਕੇ ਵਿਚਾਰਾਂ ਹੁੰਦੀਆਂ ਨੇ ਬਾਬੇ ਨਾਨਕ ਦੀਆਂ। ਤੇ ਗੁਰਦੇਵ ਪਾਤਸ਼ਾਹ ਫਿਰ ਅਚਲ ਬਟਾਲੇ 3 ਵਾਰ ਜੋਗੀਆਂ ਦੇ ਨਾਲ ਗੁਰਦੇਵ ਪਾਤਸ਼ਾਹ ਮਹਾਰਾਜ ਦੀਆਂ ਵਿਚਾਰਾਂ ਹੁੰਦੀਆਂ ਨੇ। ਪਰ ਗੁਰਦੇਵ ਪਾਤਸ਼ਾਹ ਮਹਾਰਾਜ ਜਦੋਂ ਜਗਨਨਾਥਪੁਰੀ ਦੇ ਵਿੱਚ ਗਏ, ਜਗਨਨਾਥਪੁਰੀਆਂ 2 ਘਟਨਾ ਜਿਹੜੀਆਂ ਨੇ ਉਹ ਬੜੀਆਂ ਮਸ਼ਹੂਰ ਨੇ। ਜਦੋਂ ਗੁਰਦੇਵ ਪਾਤਸ਼ਾਹ ਮਹਾਰਾਜ ਜਗਨਨਾਥਪੁਰੀ ਪਹੁੰਚੇ ਨਾ, ਤੇ ਖਾਸ ਇਕਾਦਸ਼ੀ ਦਾ ਦਿਹਾੜਾ ਹੈ, ਤੇ ਪੰਡਤ ਧਾਰਮਿਕ ਸਥਾਨ ਜਿੱਥੇ ਜਗਤ ਦੇ ਨਾਥ ਭਾਵ ਕਿ ਕ੍ਰਿਸ਼ਨ ਜੀ ਦੀ ਮੂਰਤ ਦੇ ਅੱਗੇ ਉਹ ਆਰਤੀ ਕਰਦੇ ਨੇ, ਤੇ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਏ ਨੇ। ਉਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਵੀ ਸੱਦਾ ਦਿੱਤਾ ਕਿ ਮਹਾਰਾਜ ਤੁਸੀਂ ਸਾਡੇ ਨਾਲ ਆ ਕੇ ਆਰਤੀ ਕਰੋ। ਪਰ ਗੁਰਦੇਵ ਪਾਤਸ਼ਾਹ ਮਹਾਰਾਜ ਉਹਨਾਂ ਦੇ ਨਾਲ ਸ਼ਾਮਿਲ ਨਹੀਂ ਹੋਏ, ਉਹ ਮੰਦਿਰ ਤੋਂ ਬਾਹਰ ਹੀ ਰਹੇ। ਆਰਤੀ ਤੋਂ ਬਾਅਦ ਉਹਨਾਂ ਨੇ ਸਵਾਲ ਕੀਤਾ ਗੁਰਦੇਵ ਪਾਤਸ਼ਾਹ ਮਹਾਰਾਜ ਨੂੰ ਕਿ ਤੁਸੀਂ ਸਾਡੇ ਨਾਲ ਆਰਤੀ ਦੇ ਸ਼ਾਮਿਲ ਨਹੀਂ ਹੋਏ। ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ, ਧਾਰਮਿਕ ਸਥਾਨ ਰੱਬ ਦਾ ਘਰ ਜਿਹੜਾ ਹੈ ਉਹ ਸਭਨਾਂ ਵਾਸਤੇ ਸਾਂਝਾ ਹੈ, ਪਰ ਤੁਸੀਂ ਕੇਵਲ ਇੱਕ ਵਰਣ ਹੀ ਜਿਹੜਾ ਹੈ ਧਾਰਮਿਕ ਸਥਾਨਾਂ 'ਤੇ ਜਾ ਕੇ ਰੱਬ ਦੀ ਪਰਮਾਤਮਾ ਦੀ ਆਰਤੀ ਕਰ ਸਕਦਾ, ਕੋਈ ਹੋਰ ਨਹੀਂ। ਕਿਉਂਕਿ ਸ਼ੂਦਰ ਵਾਸਤੇ ਇਹ ਹੱਕ ਨਹੀਂ ਸੀ ਕਿ ਉਹ ਧਾਰਮਿਕ ਸਥਾਨਾਂ ਦੇ ਉੱਪਰ ਜਾ ਕੇ ਆਰਤੀ ਕਰ ਸਕੇ ਜਾਂ ਰੱਬ ਦੀ ਸਿਫਤ ਸਲਾਹ ਕਰ ਸਕੇ। ਔਰ ਮਹਾਰਾਜ ਕਹਿੰਦੇ ਕਿ ਤੁਸੀਂ ਕਿਹੜੀ ਆਰਤੀ ਦੀ ਗੱਲ ਕਰਦੇ ਹੋ? ਆਰਤੀ ਤੇ ਪਰਮਾਤਮਾ ਦੀ ਹੋ ਰਹੀ ਹੈ, ਔਰ ਹਰ ਥਾਂ ਦੇ ਉੱਪਰ ਹੋ ਰਹੀ ਹੈ।
ਤੁਸੀਂ ਉਸ ਆਰਤੀ ਦੇ ਸ਼ਾਮਿਲ ਹੋਣਾ ਹੈ। ਉੱਥੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਫਿਰ ਆਰਤੀ ਦਾ ਉਹ ਸ਼ਬਦ ਉਚਾਰਨ ਕੀਤਾ ਜੋ ਅਸੀਂ ਸੋਹਲਾ ਸਾਹਿਬ ਦੀ ਬਾਣੀ ਅੰਦਰ ਨਿਤਾ ਪ੍ਰਤੀ ਇਹ ਪੜ੍ਹਦੇ ਹਾਂ ਕਿ ਗਗਨ ਮੈਂ ਥਾਲ, ਗਗਨ ਕਿਹਾ ਜਾਂਦਾ ਆਕਾਸ਼ ਨੂੰ। ਮਹਾਰਾਜ ਆਖਣਗੇ ਕਿ ਗਗਨ ਰੂਪੀ ਥਾਲ ਦੇ ਵਿੱਚ ਰਵ ਚੰਦ ਦੀਪਕ ਬਣੇ, ਸੂਰਜ ਔਰ ਚੰਦਰਮਾ ਦੋ ਦੀਵਿਆਂ ਦੀ ਤਰ੍ਹਾਂ ਨੇ। ਤੇ ਮਹਾਰਾਜ ਆਖਦੇ ਨੇ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਤੇ ਤਾਰਿਆਂ ਦਾ ਇਹ ਸਾਰਾ ਮੰਡਲ ਜਿਹੜਾ ਹੈ ਇਹ ਮੋਤੀਆਂ ਦੀ ਤਰ੍ਹਾਂ ਚਮਕ ਰਿਹਾ ਹੈ। ਧੂਪ ਮਲ ਆਨ ਲੋ, ਜਿਹੜੀ ਉਸ ਵੇਲੇ ਧੂਪ ਵਰਤਿਆ ਜਾਂਦਾ ਹੈ ਖੁਸ਼ਬੂ ਲਈ, ਉਹ ਆਖਦੇ ਕਿ ਮਲ ਆਨ ਲੋ ਤੋਂ ਭਾਵ ਮੱਲੇ ਪਰਬਤ ਤੋਂ ਆਉਣ ਵਾਲੀ ਜੋ ਸੁਗੰਧੀ ਹੈ, ਕਿਉਂਕਿ ਮੱਲੇ ਪਰਬਤ ਦੇ ਵਿੱਚ ਚੰਦਨ ਦੇ ਦਰਖਤ ਹੁੰਦੇ ਸਨ। ਉੱਥੋਂ ਜਦੋਂ ਹਵਾ ਚੱਲਦੀ ਸੀ ਤੇ ਉਸ ਹਵਾ ਦੇ ਨਾਲ ਸਪਰਸ਼ ਕਰਕੇ ਉਹਦੇ ਖੁਸ਼ਬੂ ਆ ਜਾਂਦੀ ਸੀ। ਮਹਾਰਾਜ ਕਹਿਣ ਲੱਗੇ ਕਿ ਉਹ ਪਵਨ ਜਿਹੜੀ ਹੈ ਉਹ ਧੂਪ ਦਾ ਕੰਮ ਕਰ ਰਹੀ ਹੈ ਕਿ ਪਵਨ ਮੱਲੇ ਪਵਨ ਚੋਰੋ ਕਰੇ। ਮਹਾਰਾਜ ਆਖਣਗੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ, ਕਿ ਮੱਲੇ ਪਰਬਤ ਤੋਂ ਆਉਣ ਵਾਲੀ ਜੋ ਸੁਗੰਧੀ ਹੈ ਉਹ ਧੂਪ ਦਾ ਕਰਮ ਕਰ ਰਹੀ ਹੈ। ਪਵਨ ਚਵਰੋ ਕਰੇ, ਤੇ ਪਵਨ ਜਿਹੜੀ ਹੈ ਉਹ ਚੌਰ ਕਰ ਰਹੀ ਹੈ। ਤੇ ਅੱਗੇ ਬਾਬਾ ਨਾਨਕ ਆਖਦੇ ਕਿ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਕਿ ਹੇ ਭਵ ਖੰਡਣ ਵਾਲੇ, ਡਰਾਂ ਨੂੰ ਮੁਕਾਉਣ ਵਾਲੇ ਦਾਤਾ, ਤੇਰੀ ਕੈਸੀ ਵਿਸਮਾਦ ਆਰਤੀ ਹੋ ਰਹੀ ਹੈ। ਮੈਂ ਤੇਰੀ ਆਰਤੀ ਤੋਂ ਕੁਰਬਾਨ ਜਾਂਦਾ ਹਾਂ। ਮਹਾਰਾਜ ਆਖਣ ਲੱਗੇ ਪਰਮਾਤਮਾ ਦੀ ਆਰਤੀ ਤੇ ਹਰ ਥਾਂ ਦੇ ਉੱਪਰ ਹੋ ਰਹੀ ਹੈ। ਤੇ ਦੂਸਰੀ ਘਟਨਾ ਉੱਥੇ ਜਗਨਨਾਥਪੁਰੀ ਦੇ ਵਿੱਚ ਵਰਤੀ ਕਿ ਉੱਥੇ ਦੇ ਜੋ ਪਾਂਡੇ ਸਨ ਉਹ ਇੱਕ ਆਸਨ ਦੇ ਉੱਪਰ ਬੈਠ ਕੇ, ਅੱਗੇ ਪਬਲਿਕ ਬੈਠੀ ਹੋਈ ਹੈ ਤੇ ਉਹਨਾਂ ਨੂੰ ਭਰਮਾਉਣ ਦਾ ਯਤਨ ਕਰਦੇ ਨੇ। ਕਹਿੰਦੇ ਕਿ ਸਾਡੀ ਸੁਰਤ ਲੱਗੀ ਹੋਈ ਹੈ, ਤੁਹਾਡੇ ਜੋ ਪੂਰਵਜ ਸੰਸਾਰ ਤੋਂ ਚਲੇ ਗਏ ਨੇ, ਉਹ ਭਾਵੇਂ ਸ਼ਿਵਪੁਰੀ ਨੇ, ਬ੍ਰਹਮਪੁਰੀ ਨੇ, ਇੰਦਰਪੁਰੀ ਦੇ ਵਿੱਚ ਨੇ, ਉਹ ਜਿੱਥੇ ਵੀ ਨੇ ਉਹਨਾਂ ਦੇ ਨਾਲ ਮੇਰੀ ਗੱਲ ਹੋ ਰਹੀ ਹੈ। ਤੁਸੀਂ ਜੋ ਚਾਹੋਗੇ ਤੁਹਾਡੀਆਂ ਉਹ ਗੱਲਾਂ ਪਹੁੰਚਾ ਦੇਵਾਂਗੇ, ਤੁਹਾਡਾ ਸਮਾਨ ਉੱਥੇ ਪਹੁੰਚਾ ਦੇਵਾਂਗੇ। ਅੱਗੇ ਇੱਕ ਲੋਟਾ ਕਮੰਡਲ ਰੱਖਿਆ ਹੋਇਆ, ਲੋਕੀ ਆ ਕੇ ਚੜਾਵਾ ਚੜਾਉਂਦੇ ਨੇ, ਅੱਖਾਂ ਉਹਨਾਂ ਨੇ ਬੰਦ ਕੀਤੀਆਂ ਹੋਈਆਂ ਨੇ। ਬਾਬਾ ਨਾਨਕ ਔਰ ਮਰਦਾਨਾ ਜੀ ਪਹੁੰਚੇ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਮਰਦਾਨਿਆਂ ਇਹ ਜੋ ਅੱਗੇ ਲੋਟਾ ਰੱਖਿਆ ਹੈ ਨਾ, ਇਹਨੂੰ ਲੋਟੇ ਨੂੰ ਪਿੱਛੇ ਜਾ ਕੇ ਰੱਖ ਦੇ। ਇਸ ਦੇ ਉਸ ਪੰਡਤ ਦੇ ਪਿਛਲੇ ਪਾਸੇ ਜਾ ਕੇ ਲੋਟਾ ਰੱਖ ਦਿੱਤਾ ਗਿਆ। ਹੁਣ ਲੋਟਾ ਅੱਗੇ ਨਾ ਹੋਣ ਕਰਕੇ ਪੈਸਿਆਂ ਦੀ ਛਣਕਾਰ ਨਹੀਂ ਆਈ, ਅੱਖਾਂ ਖੁੱਲ੍ਹ ਗਈਆਂ ਤੇ ਬੜੇ ਕੁਬੋਲ ਬੋਲ ਬੋਲਣ ਲੱਗਾ। ਤੇ ਬਾਬਾ ਨਾਨਕ ਆਖਣ ਲੱਗੇ ਪੰਡਤ ਜੀ, ਤੁਸੀਂ ਥੋੜ੍ਹੀ ਦੇਰ ਪਹਿਲਾਂ ਤੇ ਕਹਿ ਰਹੇ ਸੀ ਕਿ ਇੰਦਰਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਦੇ ਵਿੱਚ ਸਾਡਾ ਧਿਆਨ ਲੱਗਾ ਹੋਇਆ ਹੈ ਤੇ ਤੁਸੀਂ ਆਪਣਾ ਲੋਟਾ ਜਿਹੜਾ ਹੈ ਉਹ ਖੋਜ ਲਓ, ਕਿੱਥੇ ਹੈ ਤੁਹਾਡਾ ਲੋਟਾ? ਉਹ ਬੜਾ ਕਲਪਿਆ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉੱਥੇ ਸ਼ਬਦ ਉਚਾਰਨ ਕੀਤਾ, ਧਨਾਸਰੀ ਮਹਿਲਾ ਪਹਿਲਾ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ, ਥਾਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ ਕੱਲ ਮੈਂ ਰਾਮ ਨਾਮ ਸਾਰ। ਕੱਲ ਤੋਂ ਭਾਵ ਸੰਸਾਰ ਦੇ ਜਗਤ ਵਿੱਚ ਇੱਕ ਪਰਮਾਤਮਾ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਹੈ। ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਕਹਿੰਦੇ ਕਿ ਅੱਖਾਂ ਨੂਟ ਕੇ ਬੈਠ ਕੇ ਉਹ ਨੱਕ ਉਹਨਾਂ ਨੇ ਪਕੜ ਲਿਆ ਕਿ ਸਾਡੀ ਸੁਰਤ ਲੱਗੀ ਹੋਈ ਹੈ। ਮਗਰ ਪਾਛਿਆ ਕਛ ਨਾ ਸੂਝੈ, ਇਹ ਪਦਮ ਅਲੋਏ। ਉਹ ਆਖਣ ਲੱਗੇ ਤੁਹਾਡਾ ਕੈਸਾ ਇਹ ਪਦਮ ਆਸਨ ਹੈ ਕਿ ਤੁਹਾਡੇ ਪਿੱਛੇ ਰੱਖਿਆ ਹੋਇਆ ਲੋਟਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ। ਉਹ ਤੁਸੀਂ ਸੁਰਤ ਕਰਕੇ ਕਹਿੰਦੇ ਹੋ ਕਿ ਸਾਡਾ ਧਿਆਨ ਸ਼ਿਵਪੁਰੀ, ਇੰਦਰਪੁਰੀ ਤੇ ਬ੍ਰਹਮਪੁਰੀ ਦੀ ਲੱਗੀ ਹੈ। ਉਹਨਾਂ ਦਾ ਪਾਜ ਜਿਹੜਾ ਹੈ ਬਾਬੇ ਨਾਨਕ ਨੇ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਦੇ ਆਮਦ ਦਾ ਕਾਰਨ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜੋ ਅੰਧਕਾਰ, ਜੋ ਪਖੰਡ ਦਾ ਬੋਲਬਾਲਾ ਸੀ, ਅੰਧਕਾਰ ਸੀ ਉਸ ਵੇਲੇ, ਉਹਨੂੰ ਦੂਰ ਕਰਨ ਲਈ ਬਾਬੇ ਨਾਨਕ ਨੇ ਇਹ ਚਾਰ ਉਦਾਸੀਆਂ ਕੀਤੀਆਂ। ਨੇਕੀ ਦਾ ਮਨ ਕਰਦਾ ਹੈ ਕਿ ਆਪਣਾ ਘਰ ਪਰਿਵਾਰ ਛੋੜ ਕੇ, ਆਪਣੇ ਬੱਚਿਆਂ ਨੂੰ ਛੋੜ ਕੇ ਕੋਈ ਜੰਗਲਾਂ ਵੱਲ ਤੁਰ ਪਏ, ਪਰ ਭਾਈ ਗੁਰਦਾਸ ਜੀ ਆਖਦੇ ਨੇ ਕਿ ਬਾਬਾ ਵੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਨਜ਼ਰ ਆਈ। ਜਦੋਂ ਬਾਬਾ ਨਾਨਕ ਧਿਆਨ ਕਰਕੇ ਦੇਖਦੇ ਨੇ ਤੇ ਸਾਰੀ ਸ੍ਰਿਸ਼ਟੀ ਕੁਰਲਾ ਰਹੀ ਹੈ। ਪਖੰਡ ਇਤਨਾ ਵੱਧ ਗਿਆ ਹੈ, ਅੰਧਕਾਰ ਇਤਨਾ ਛਾ ਗਿਆ ਕਿ ਬਾਬੇ ਨਾਨਕ ਨੂੰ ਫਿਰ ਇਹਨਾਂ ਉਦਾਸੀਆਂ ਦੇ ਉੱਪਰ, ਅਸੀਂ ਉਦਾਸੀ ਸ਼ਬਦ ਵਰਤ ਦਿੰਦੇ ਹਾਂ,
पर हासिल है विच 4 यात्रावां बाबे नानक ने कीतियां। गुरु नानक सच्चे पातशाह महाराज मक्का मदीना गए, उत्थे दे लोकां नूं सच दी नमाज करन दा वल सिखाया कि परमात्मा हर थां अंदर मौजूद है, क्योंकि बाणी दे ये बचन ने अल्लाह एक मसीत बसत है अवर मुल्क किस केरा। जे अल्लाह जे खुदा जे रब एक मसीती दे च वसदा है, क्योंकि वो लहंदे वल ही खुदा दी नमाज अदा करते ने, तो जे कोई मुसलमान संसार तो चढ़ाई कर जाए ना तो अखीर उहदा सिर भी लहंदे वल कीता जाता है, क्योंकि खुदा दा घर मनदे ने। महाराज दी बाणी आखदी है कि जे अल्लाह एक खुदा एक मसीत बसत है अवर मुल्क किस केरा, तो जिहड़ा होर मुल्क है, होर जो दुनिया है, होर जो संसार है, वो किदे आसरे है। इसलिए महाराज आखते हैं कि चतुर्दिशा कीनो बल अपना, वाहिगुरु का बल होंद हर जगह मौजूद है, केवल एक थां दे उपर नहीं कि पश्चिम दिशा हरी का बासा, कि दखण भाव के जो कबीर साहब का बचन है कि बनारस जो देखते ना तो दखण दिखा वल हरी का बासा, क्योंकि हरी नूं कृष्ण नूं हरी मनते ने, कि दखण दिशा वल हरी का बासा है तो पश्चिम अल्लाह मुकामा, तो पश्चिम वल अल्लाह का घर है, खुदा का घर है। वो आखते हैं कि परमात्मा हर जगह मौजूद है, ऐसी कोई थां नहीं जिथे परमात्मा ना होए। बाबा नानक बगदाद पहुँचे ने, बगदाद की घटना साझी करके मैं समाप्ति वल होवां। भाई गुरदास जी आखते हैं कि फिर बाबा बगदाद जदों गया, बाहर जाए किया अस्थाना, एक बाबा अकाल रूप दूजा रबाबी मरदाना। बाबे नानक दे नाल दूसरा भाई मरदाना जी है। तो बाबा नानक जदों बगदाद की धरती पर पहुँचे, ये मोहम्मदन कंट्री है, इस्लामिक कंट्री है, तो उत्थे संगीत नहीं गाया जाता। बाबे नानक ने फिर उत्थे एक ओंकार सतनाम की धुन उलापी, जिसनों भाई गुरदास जी आखते ने कि दिती बांग निवाज कर सुन समान हुआ जहाना। बाबे नानक ने सतनाम का जो मूल मंत्र जिहड़ा उचारण किया, सतनाम की धुन उलापी, तो उत्थे दे जो लोग ने उन्होंने बाबे नानक वाल पत्थर चुक के मारन का यतन भी किया। तो उत्थे का जो दस्तगीर है, दस्तगीर कहा जाता है, उत्थे जदों पीर है, दस्तगीर एक खिताब दिता जाता है, जिवें असी आम शब्द सिंह साहब वरत देंदे हाँ, जथेदार जी वरत देंदे हाँ, इसे तरह दस्तगीर एक खिताब है, उसका नाम है बहलोल। वो राजनीतिक आगू भी है, वो धार्मिक आगू भी है। इंज कह लवां कि बगदाद का वो बादशाह है। उन्हें जो ध्यान करके देखिया, वेख्या ध्यान लगाए कर एक फकीर वड्डा मस्ताना। दस्तगीर ने ध्यान लगा के देखिया तो की देखता है कि एक फकीर आया है, एक पीर है जो बड़ा मस्ताना है। मस्ताना तो भाव उन्होंने किसी की मोहताजगी नहीं, परमात्मा की आस के उपर वो जींदा है। गुरु नानक सच्चे पातशाह नूं उत्थे दे जो लोग ने वो फिर दस्तगीर दे कोल बहलोल दे कोल लैके गए। महाराज उहदे दरबार के अंदर हाजिर होए तो बहलोल ने फिर सवाल किए गुरु नानक सच्चे पातशाह नूं। आखन लगा, बाबा नानक मैं सुनिया तुसी कई पतालों ते कई आकाशां की गल करते हो, क्योंकि बाणी दे बचन ने कि पाताला पाताल लख आकाशां आकाश, लखां ही आकाश ने लखां ही पताल ने। हुण इत्थे लख शब्द जिहड़ा है वो देहली दीपक है। देहली दीपक तो भाव होंदा है कि जिवें दरवाजे दे विच कोई दीपक रख दिता जाए ना, उहदी रोशनी कमरे दे विच भी आंदी है और बाहर दी भी जांदी है। इसे तरह गुरबाणी दे विच ऐसे कॉमन शब्द ने वो दोवां पासे अर्थ देंदे ने। हुण पातालां पाताल लख आगासां आगास कह दिता जाए जां पातालां पाताल लख आगासां आगास, ये दोवां पासे वरतिया जाएगा लख। हुण इत्थे लख तो भाव केवल लख ही नहीं है, भाव के बेअंत ही कई बार गुरबाणी दे विच भी सानू शब्दां दी घाट पै जाती है। ऐसे शब्द नहीं बने जो परमात्मा लई वरते जाण।
ਬੇਅੰਤ ਸ਼ਬਦ ਵੀ ਮਹਾਰਾਜ ਕਹਿੰਦੇ ਕਿ ਕਹਿਣਾ ਆਪਣੇ ਸਿਰ ਦੇ ਉੱਪਰ ਭਾਰ ਪਾਣਾ ਹੈ, ਕਿਉਂਕਿ ਉਸ ਲਈ ਬੇਅੰਤ ਸ਼ਬਦ ਵੀ ਜਿਹੜਾ ਹੈ ਉਹ ਘੱਟ ਹੈ। ਖੈਰ ਰਹੋ ਵਿਚਾਰ। ਬਾਬੇ ਨਾਨਕ ਨੂੰ ਬਹਿਲੋਲ ਪੁੱਛਦਾ ਹੈ ਜੋ ਦਸਤਗੀਰ ਹੈ, ਆਖਣ ਲੱਗਾ ਬਾਬਾ ਨਾਨਕ ਤੁਸੀਂ ਲੱਖਾਂ ਪਤਾਲਾਂ ਲੱਖਾਂ ਆਗਾਸ ਦੀ ਗੱਲ ਕੀਤੀ, ਪਰ ਸਾਡਾ ਧਰਮ ਇਹ ਆਖਦਾ ਹੈ ਕਿ 7 ਪਤਾਲ ਨੇ 7 ਆਕਾਸ਼ ਨੇ, ਭਾਵ ਕਿ 7 ਹੇਠਾਂ ਧਰਤੀਆਂ ਨੇ ਔਰ 7 ਹੀ ਆਕਾਸ਼ ਨੇ, ਔਰ ਪਰਮਾਤਮਾ 7ਵੇਂ ਆਕਾਸ਼ ਦੇ ਵਿੱਚ ਹੈ ਖੁਦਾ ਜੋ ਹੈ। ਇਸੇ ਕਰਕੇ ਉਹ ਨਿਰਗੁਣ ਨੂੰ ਪੂਜਦੇ ਨੇ ਕਿਉਂਕਿ ਉਹ ਅਦ੍ਰਿਸ਼ ਹੈ। ਬਾਬੇ ਨਾਨਕ ਨੂੰ ਉਹਨਾਂ ਨੇ ਸਵਾਲ ਕੀਤਾ, ਆਖਣ ਲੱਗੇ ਮੇਰੇ 3 ਸਵਾਲ ਨੇ, ਤੁਸੀਂ ਤਿੰਨਾਂ ਸਵਾਲਾਂ ਦੇ ਜਵਾਬ ਦਿਓ। ਮੇਰਾ ਪਹਿਲਾ ਸਵਾਲ ਇਹ ਹੈ ਕਿ ਖੁਦਾ ਤੋਂ ਪਹਿਲਾਂ, ਰੱਬ ਤੋਂ ਪਹਿਲਾਂ ਕੀ ਸੀ? ਮੇਰਾ ਦੂਸਰਾ ਸਵਾਲ ਇਹ ਹੈ ਜੇ ਖੁਦਾ ਹੈ ਤੇ ਖੁਦਾ ਹੈ ਕਿੱਥੇ, ਉਹ ਨਜ਼ਰ ਕਿਉਂ ਨਹੀਂ ਆਉਂਦਾ? ਔਰ ਤੀਸਰਾ ਸਵਾਲ ਇਹ ਹੈ ਕਿ ਜੇ ਖੁਦਾ ਹੈ ਤੇ ਉਹ ਕਰਦਾ ਕੀ ਹੈ? ਬਾਬਾ ਨਾਨਕ ਆਖਣਗੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ, ਪਰ ਪਹਿਲੇ ਤੁਸੀਂ ਕੋਈ ਅਸ਼ਰਫੀਆਂ ਕੋਈ ਧਨ ਮੈਨੂੰ ਲਿਆ ਕੇ ਦਿਓ। ਉਹ ਦਸਤਗੀਰ ਸੀ ਜੋ ਬਹਿਲੋਲ ਸੋਚਣ ਲੱਗਾ ਇਹ ਆਮ ਪੀਰ ਨੇ, ਅਜੇ ਮੈਂ ਕੁਝ ਪੁੱਛਿਆ ਇਹਨਾਂ ਦੇ ਮਨ ਦੇ ਅੰਦਰ ਲਾਲਚ ਆ ਗਿਆ, ਇਹ ਧਨ ਮੰਗਣ ਲੱਗ ਪਏ। ਉਹਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਕੀਤਾ ਭਈ ਜਾਓ ਜਾ ਕੇ ਥਾਲ ਭਰ ਕੇ ਲੈ ਕੇ ਆਓ ਹੀਰਿਆਂ ਦੇ ਨਾਲ। ਬਾਬਾ ਨਾਨਕ ਦੇ ਸਾਹਮਣੇ ਉਹ ਥਾਲ ਦੇ ਅਸ਼ਰਫੀਆਂ ਹੀਰੇ ਲੈ ਕੇ ਆਏ। ਆਖਣ ਲੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਿ ਬਹਿਲੋਲ ਮੈਂ ਚਾਹੁੰਦਾ ਹਾਂ ਤੂੰ ਆਪ ਇਹਨਾਂ ਦੀ ਗਿਣਤੀ ਕਰਕੇ ਮੈਨੂੰ ਦੇ। ਬਹਿਲੋਲ ਕਹਿਣ ਲੱਗਾ ਠੀਕ ਹੈ। ਬਹਿਲੋਲ ਗਿਣਨ ਲੱਗਾ, ਉਹਨੇ 1 ਚੁੱਕਿਆ, 2, 3 ਜਦੋਂ ਗਿਣੇ ਤੇ ਬਾਬਾ ਨਾਨਕ ਆਖੇ ਤੇਰੀ ਗਿਣਤੀ ਠੀਕ ਨਹੀਂ ਹੈ। ਉਹ ਆਖਣ ਲੱਗਾ ਜੇ ਮੈਂ 3 ਹੀ ਗਿਣੇ ਨੇ ਮੇਰੀ ਗਿਣਤੀ ਕਿਵੇਂ ਗਲਤ ਹੋ ਸਕਦੀ ਹੈ? ਪਰ ਖੈਰ ਦੁਬਾਰਾ ਫਿਰ ਗਿਣਨ ਲੱਗਾ, 1, 2, 3। ਬਾਬੇ ਨਾਨਕ ਨੇ ਫਿਰ ਰੋਕ ਦਿੱਤਾ। ਆਖਣ ਲੱਗਾ ਅਜੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਕਿ ਬਹਿਲੋਲ ਤੇਰੀ ਗਿਣਤੀ ਠੀਕ ਨਹੀਂ ਹੈ ਅਜੇ। ਉਹਨੇ ਕਿਹਾ ਮਹਾਰਾਜ ਮੈਂ ਜਿੱਥੇ ਗਲਤੀ ਕਰਾਂ ਨਾ ਮੈਨੂੰ ਉੱਥੇ ਹੀ ਰੋਕ ਦੇਣਾ। ਉਹਨੇ ਗਿਣਿਆ 1 ਤੇ ਬਾਬੇ ਨਾਨਕ ਨੇ ਹੱਥ ਰੱਖਤਾ। ਆਖਣ ਲੱਗਾ ਬਸ ਰੁਕ ਜਾ, ਅਜੇ ਵੀ ਠੀਕ ਨਹੀਂ। ਉਹ ਆਖਣ ਲੱਗਾ 1 ਤੋਂ ਪਹਿਲਾਂ ਤੇ ਕੁਝ ਹੁੰਦਾ ਹੀ ਨਹੀਂ, ਅਜੇ ਮੈਂ 1 ਹੀ ਗਿਣਿਆ। ਤੇ ਬਾਬਾ ਨਾਨਕ ਆਖਣੇ ਤੂੰ ਆਪਣੇ ਸਵਾਲ ਦਾ ਜਵਾਬ ਆਪ ਦੇ ਰਿਹਾ ਭਈ 1 ਤੋਂ ਪਹਿਲਾਂ ਕੁਝ ਵੀ ਨਹੀਂ ਹੈ, 1 ਤੋਂ ਹੀ ਸਾਰਾ ਸੰਸਾਰ ਬਣਿਆ ਹੈ। ਖੁਦਾ ਤੋਂ ਪਹਿਲਾਂ, ਰੱਬ ਤੋਂ ਪਹਿਲਾਂ, ਪਰਮਾਤਮਾ ਤੋਂ ਪਹਿਲਾਂ ਕੁਝ ਵੀ ਨਹੀਂ ਸੀ। ਸਾਚੇ ਤੇ ਪਵਨਾ ਪਿਆ, ਉਸ ਮਾਲਕ ਤੋਂ ਹੀ ਇਹ ਸੰਸਾਰ ਹੋਣ ਦੇ ਚ ਆਇਆ ਹੈ। ਪਰਮਾਤਮਾ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ, ਪਰਮਾਤਮਾ ਹੀ ਸਭ ਤੋਂ ਪਹਿਲਾਂ ਆਇਆ ਹੈ। ਉਹ ਆਖਣ ਲੱਗਾ ਮੇਰਾ ਦੂਸਰਾ ਸਵਾਲ ਜੇ ਪਰਮਾਤਮਾ ਹੈ ਤੇ ਉਹ ਨਜ਼ਰ ਕਿਉਂ ਨਹੀਂ ਆਉਂਦਾ? ਪਰਮਾਤਮਾ ਕਿੱਥੇ ਹੈ? ਮਹਾਰਾਜ ਕਹਿਣ ਲੱਗੇ ਸਾਡੇ ਵਾਸਤੇ ਕੁਝ ਪੀਣ ਵਾਸਤੇ ਲੈ ਕੇ ਆਓ, ਦੁੱਧ ਲੈ ਕੇ ਆਓ। ਬਹਿਲੋਲ ਨੇ ਇਸ਼ਾਰਾ ਕੀਤਾ, ਕਹਿਣ ਲੱਗਾ ਦੁੱਧ ਲੈ ਕੇ ਆਓ। ਦੁੱਧ ਨੂੰ ਹਾਲਾਂਕਿ ਹਰ ਧਰਮ ਦੇ ਵਿੱਚ ਪਾਕ ਮੰਨਿਆ ਜਾਂਦਾ ਹੈ। ਅਸੀਂ ਘਰਾਂ ਦੇ ਵਿੱਚ ਦੁੱਧ ਵਰਤਦੇ ਹਾਂ, ਉਹ ਦੁੱਧ ਕਿਹੜੇ ਪਿੰਡ ਤੋਂ ਆਇਆ ਹੈ, ਕਿਸ ਸ਼ਹਿਰ ਤੋਂ ਆਇਆ ਹੈ, ਕਿਹਨਾਂ ਬੰਦਿਆਂ ਨੇ ਉਹ ਕੱਢਿਆ ਹੈ, ਕਿਹਨਾਂ ਦੇ ਹੱਥੋਂ ਉਹ ਲੰਘ ਕੇ ਆਇਆ ਹੈ, ਡੇਅਰੀਆਂ ਦੇ ਪਹੁੰਚਿਆ, ਪੈਕ ਹੋਇਆ ਹੈ, ਫਿਰ ਸਾਡੇ ਘਰਾਂ ਦੇ ਪਹੁੰਚਿਆ। ਸਾਨੂੰ ਕੋਈ ਨਹੀਂ ਪਤਾ ਕਿ ਉਹ ਦੁੱਧ ਕੱਢਣ ਵਾਲਾ ਕੌਣ ਹੈ, ਉਸ ਦੁੱਧ ਨੂੰ ਪਹੁੰਚਾਉਣ ਵਾਲਾ ਕੌਣ ਹੈ, ਪਰ ਫਿਰ ਇਹਨੂੰ ਪਾਕ ਮੰਨਦੇ ਹਾਂ। ਉਹਨਾਂ ਨੇ ਇੱਕ ਛੰਨੇ ਦੇ ਵਿੱਚ, ਇੱਕ ਬਾਟੇ ਦੇ ਵਿੱਚ ਦੁੱਧ ਨੂੰ ਪਾਇਆ ਤੇ ਬਾਬੇ ਨਾਨਕ ਦੇ ਸਾਹਮਣੇ ਆ ਕੇ ਰੱਖਿਆ। ਬਾਬਾ ਨਾਨਕ ਆਖਣ ਲੱਗੇ ਇਸ ਦੁੱਧ ਦੇ ਵਿੱਚ ਕੁਝ ਹੈ। ਦਸਤਗੀਰ ਕਹਿਣ ਲੱਗਾ ਨਹੀਂ ਗੁਰੂ ਨਾਨਕ ਸਾਹਿਬ, ਇਹ ਦੁੱਧ ਪਾਕ ਹੈ, ਇਹ ਪਵਿੱਤਰ ਹੈ, ਇਸ ਦੇ ਵਿੱਚ ਕੋਈ ਵੀ ਚੀਜ਼ ਨਹੀਂ ਹੋ ਸਕਦੀ। ਮੇਰੇ ਹੁਕਮ ਤੋਂ ਬਿਨਾਂ ਇਸ ਦੁੱਧ ਦੇ ਵਿੱਚ ਇਹ ਕੁਝ ਮਿਲਾ ਨਹੀਂ ਸਕਦੇ। ਮਹਾਰਾਜ ਕਹਿਣ ਲੱਗੇ ਇਸ ਦੁੱਧ ਦੇ ਵਿੱਚ ਕੁਝ ਹੈ, ਇਸ ਦੇ ਵਿੱਚ। ਤੇ ਦਸਤਗੀਰ ਪੁੱਛਣ ਲੱਗਾ ਫਿਰ ਤੁਸੀਂ ਦੱਸੋ ਇਹਦੇ ਵਿੱਚ ਕੀ ਹੈ? ਤੇ ਮਹਾਰਾਜ ਕਹਿਣ ਲੱਗੇ ਇਸ ਦੁੱਧ ਦੇ ਵਿੱਚ ਘਿਓ ਹੈ, ਇਸ ਘਿਓ ਮੱਖਣ ਹੈ ਇਸ ਦੇ ਵਿੱਚ। ਤੇ ਬਾਣੀ ਆਖਦੀ ਹੈ ਕਿ ਸਗਲ ਬਨਸਵਤ ਮੈਂ ਬੈਸੰਤਰ ਸਗਲ ਦੂਧ ਮੈਂ ਘੀਆ। ਜਿਤਨੀ ਵੀ ਬੈਸੰਤਰ ਹੈ, ਅੱਗ ਹੈ, ਉਹ ਸਾਰੀ ਲੱਕੜ ਦੇ ਵਿੱਚ ਮੌਜੂਦ ਹੈ। ਸਗਲ ਬਨਸਬਤ ਮੈਂ ਬੈਸੰਤਰ, ਪਰ ਉਹ ਲੁਕਵੀਂ ਹੈ, ਲੁਕੀ ਹੋਈ ਹੈ।
सगल दूध में घीया, जितना भी दुध है उहदे घ्यो मौजूद है, पर उस घ्यो नूं प्रगट करन लई उद्यम किया जाता है। उस घ्यो नूं कढण लई जाग लाई जाती है, दही जमाया जाता है, दही रिड़किया जाता है, तां मक्खण निकलता है। इसे तरह परमात्मा नूं प्रगट करन लई कुछ उद्यम करने पैंदे ने। गुरु के शब्द राही सोहला साहब की बाणी अंदर महाराज आखते कि गुर साखी जोत प्रगट होए। गुरु के उपदेश राही ये जोत प्रगट होंदी है ते वो मालक दुध की तरह मौजूद है, पर जिहड़े मशक्कत करते हैं, उद्यम करते हैं, वो परमात्मा नूं अपने हिरदे अंदर प्रगट कर लैंदे ने। वो आखन लगा मेरा तीसरा सवाल ये है, जे परमात्मा जे खुदा है तो वो करदा की है? बाबा नानक आखन लगे तुसी सवाल पुछी जा रहे हो, मैं सवाल दे जवाब दे रहा। होना तो ये चाहिए कि पुछण वाला थले खड़ा होए और जवाब देण वाला उपर तख्त पर बैठे। दस्तगीर ने सोचा भई सौदा सौखा ही है। उन्हें कहा कि तुसी मेरे स्थान के पर बैठ जाओ। दस्तगीर थले उतर आया, बाबा नानक उहदे आसन पर बैठ गए, अखां बंद करके बैठ गए। हुण दस्तगीर सोचा जवाब देणगे, बाबे नानक ने अखां बंद कीतियां हुईयां ने। एक बारी आवाज़ दिंदा है, दूसरी बारी आवाज़ दिंदा है, बाबा नानक अखां खोलते ने ते आखन लगा दस्तगीर गुरु नानक साहब सच्चे पातशाह मेरे तीसरे सवाल का जवाब दिओ। महाराज कह लगे बस परमात्मा यही करता है, जिहड़े तख्तां पर बैठे हुंदे ने उन्होंने थले कर दिंदा है ते थले वालियां तख्तां दे उपर बिठांदा है। ये रब दा काम है कि भिखारी ते राज करावै, राजा ते भिखारी, खल मूर्ख ते पंडित करबो पंडित ते मुगधारी। राजा श्रम मित नहीं जानी तेरी, तेरे संतन की हों चेरी। वो मालिक दे ऐसे कोतक ने। गुरु नानक सच्चे पातशाह महाराज ने ये रहमतां कीतियां, लोकाई नूं सच दा स्नेहा दिता ते गुरु नानक सच्चे पातशाह ने सानू शब्द का पुजारी बनाया। इंज कह लवां कि सिख के जीवन की अगवाई जिहड़ा है वो शब्द करता है। सिख का गुरु शब्द है।